ਜੇ ਮਨ ਚਿਤ ਆਸ ਰਖਹਿ ਹਰ ਉਪਰ, ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ, ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਜੇ ਮਨ ਚਿਤ ਆਸ ਰਖਹਿ ਹਰ ਉਪਰ, ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ, ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ। ਸਾ ਨਿਹਫਲ ਆਸ ਸਭ ਬਿਰਥੀ ਜਾਈ। ਰਹਾਉ ਜੋ ਦਿਸੈ ਮਾਇਆ ਮੋਹ ਕੁਟੰਬ, ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ। ਇਨ ਕੈ ਕਿਛ ਹਾਥ ਨਹੀਂ ਕਹਾ ਕਰਹਿ ਇਹ ਬਪੜੇ, ਇਨ ਕਾ ਵਾਹਿਆ ਕਛ ਨਾ ਵਸਾਈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛੜਾਈ। ਜੇ ਕਿਛ ਆਸ ਅਵਰ ਕਰਹਿ ਪਰ ਮਿੱਤਰੀ, ਮਤ ਤੂੰ ਜਾਣੈ ਤੇਰਾ ਕਿਤੈ ਕੰਮ ਆਈ। ਇਹੋ ਆਸ ਪਰ ਮਿੱਤਰੀ ਭਾਉ ਦੂਜਾ ਹੈ, ਖਿਨ ਮਹਿ ਝੂਠ ਬਿਨਸ ਸਭ ਜਾਈ। ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਏ ਪਾਈ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ। ਕਿਛ ਕਿਸੀ ਕੈ ਹੱਥ ਨਾਹੀ ਮੇਰੇ ਸੁਆਮੀ, ਐਸੀ ਮੇਰਾ ਸਤਿਗੁਰ ਬੂਝ ਬੁਝਾਈ। ਜਨ ਨਾਨਕ ਕੀ ਆਸ ਤੂੰ ਜਾਣਹਿ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ। ਕਿਛ ਕਿਸੀ ਕੈ ਹੱਥ ਨਾਹੀ ਮੇਰੇ ਸੁਆਮੀ, ਐਸੀ ਮੇਰਾ ਸਤਿਗੁਰ ਬੂਝ ਬੁਝਾਈ। ਜਨ ਨਾਨਕ ਕੀ ਆਸ ਤੂੰ ਜਾਣਹਿ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਹੈ। ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆ ਦੇ ਮਾਲਕ ਭਸਮਾਤ ਜੈਸੇ ਪਤਿਤ ਜੀਵਾਂ ਦੇ ਉਧਾਰ ਕਰਤਾ ਦੀਨਾ ਬੰਧੂ ਭਗਤ ਵਛਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪ ਜੀ ਆਪਣਾ ਸਮਾਂ ਤੇ ਸਵਾਸ ਸਫਲੇ ਬਣਾ ਰਹੇ। ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਰਸ ਵਰਤ ਰਿਹਾ ਹੈ। ਨੌਵੇਂ ਪਾਤਸ਼ਾਹ ਦੀ ਦਇਆ ਮਇਆ ਸਦਕਾ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੇ ਹਾਂ। ਅੰਮ੍ਰਿਤਮਈ ਧੁਰ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦੀ ਸਮਾਪਤੀ ਹੋਈ ਹੈ। ਉਪਰੰਤ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਚਨਾ ਤੋਂ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮੇਂ ਲਈ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਈ ਰਾਮਦਾਸ ਗੁਰ ਬਲ ਭਾਣਾ ਮਿਲ ਸੰਗਤ ਧਨ ਧਨ ਕਰੋ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹੋਇਆਂ ਮਨ ਔਰ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਰਾਗ ਗੌਂਡ ਦੀ ਆਰੰਭਤਾ ਹੋ ਰਹੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਮੰਗਲਾਚਰਨ ਕੀਤਾ। ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਵਰਣਨ ਹੋ ਰਿਹਾ ਹੈ। ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ, ਜਿਸ ਵਿੱਚ ਅਕਾਲ ਪੁਰਖ ਦੇ ਸਵਰੂਪ ਦਾ ਆਪਣੇ ਇਸ਼ਟ ਦਾ ਰੂਪ ਵਰਣਨ ਹੋਵੇ। ਅਕਾਲ ਪੁਰਖ ਜੀ ਕੈਸੇ ਹਨ? ਮਹਾਰਾਜ ਜੀ ਕਹਿੰਦੇ ਜੋ ਇੱਕ ਹੈ। ਇੱਕ ਕਹਿੰਦੇ ਆ ਦਵੈਤ ਦਾ ਨਾਸ ਹੋ ਜਾਂਦਾ ਹੈ, ਦਵੈਤ ਮਿਟ ਜਾਂਦੀ। ਦਵੈਤ ਕਿ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਤੇ ਜੇ ਇੱਕ ਕਹਿ ਕੇ ਵੀ ਸਾਡੇ ਅੰਦਰ ਦਵੈਤ ਬਣੀ ਹੋਈ ਹੈ ਤਾਂ ਇਹਦਾ ਮਤਲਬ ਅਸੀਂ ਇੱਕ ਕਹਿ ਤਾਂ ਰਹੇ ਹਾਂ, ਪਰ ਉਸ ਇੱਕ ਦੇ ਵਿੱਚ ਸਾਡਾ ਨਿਸ਼ਚਾ ਨਹੀਂ ਬਣਿਆ ਹੋਇਆ। ਇੱਕ ਕਹਿੰਦਿਆਂ ਦੋਈ ਦਵੈਸ਼ ਦਾ ਨਾਸ ਹੋ ਜਾਣਾ ਚਾਹੀਦਾ। ਜਦੋਂ ਇੱਕ ਓੰਕਾਰ ਕਹੀਏ ਉਦੋਂ ਸਾਡੇ ਅੰਦਰੋਂ ਸਾਰੀ ਦੁਬਦਾ ਸਾਰੀ ਦਵੈਸ਼ ਮਿਟ ਜਾਣੀ ਚਾਹੀਦੀ ਹੈ। ਮਾਫ ਕਰਨਾ, ਅਸੀਂ ਤਾਂ ਇੱਕ ਦੂਜੇ ਨਾਲ ਹੀ ਦਵੈਸ਼ ਪਾਲ ਕੇ ਰੱਖਦੇ ਹਾਂ। ਸਿੱਖ ਨਾਲ ਦਵੈਸ਼ ਕਰੀ ਜਾਂਦਾ ਹੈ। ਗੁਰੂ ਕਾ ਸਿੱਖ ਹੋਵੇ, ਇੱਕੋ ਗੁਰੂ ਦੇ ਘਰ ਦੇ ਵਿੱਚ ਇੱਕੋ ਗੁਰੂ ਦੇ ਸਿਧਾਂਤ ਨੂੰ ਮੰਨਣ ਵਾਲਾ ਹੋਵੇ, ਤੇ ਫਿਰ ਉਸੇ ਇੱਕੇ ਗੁਰੂ ਦਾ ਹੀ ਦੋ ਸਿੱਖ ਆਪਸ ਵਿੱਚ ਦਵੈਸ਼ ਕਰਨ, ਇਹਦਾ ਮਤਲਬ ਉਹ ਸਿੱਖ ਨਹੀਂ ਹਨ। ਸਿੱਖ ਦੇ ਭੇਖ ਵਿੱਚ ਛੁਪੇ ਹੋਏ ਭੇਖੀ ਤਾਂ ਹੋ ਸਕਦੇ ਨੇ, ਸਿੱਖ ਨਹੀਂ ਹੋ ਸਕਦੇ। ਅੱਜ ਸਾਡੇ ਅੰਦਰ ਕਿਤਨੀ ਦਵੈਸ਼ ਹੈ ਇੱਕ ਦੂਜੇ ਪ੍ਰਤੀ। ਇਹ ਫਲਾਣੀ ਜਥੇਬੰਦੀ ਹੈ, ਇਹ ਫਲਾਣੀ ਸੰਪਰਦਾ ਹੈ, ਫਲਾਣੀ ਸੁਸਾਇਟੀ ਹੈ,
ਇਹ ਫਲਾਣੇ ਮਹੱਲੇ ਦੀ ਸੁਸਾਇਟੀ ਹੈ, ਫਲਾਣੇ ਦੀ ਸੁਸਾਇਟੀ ਹੈ। ਇੱਕ ਦੂਜੇ ਪ੍ਰਤੀ ਦੁਈ ਦਵੈਸ਼ ਦੀ ਬਿਰਤੀ ਰੱਖ ਕੇ ਅਸੀਂ ਸਮਾਜ ਵਿੱਚ ਆਪਣਾ ਜਲੂਸ ਜਿਹੜਾ ਆ ਉਹ ਪ੍ਰਗਟ ਕਰਕੇ ਵਿਖਾ ਰਹੇ ਹਾਂ। ਇੱਥੋਂ ਤੱਕ ਕਿ ਜੇ ਕੋਈ ਜਥੇਬੰਦੀ, ਜੇ ਕੋਈ ਸੁਸਾਇਟੀ ਕੋਈ ਗੁਰਮਤਿ ਸਮਾਗਮ ਵੀ ਕਰੇ ਤੇ ਦੂਜੀ ਸੁਸਾਇਟੀ ਇਸ ਕਰਕੇ ਨਹੀਂ ਕਰਦੀ ਵੀ ਅਸੀਂ ਗੁਰਮਤਿ ਸਮਾਗਮ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ। ਉਹ ਇਸ ਕਰਕੇ ਕਰਦੇ ਨੇ ਵੀ ਜੇ ਫਲਾਣੀ ਸੁਸਾਇਟੀ ਨੇ ਸਮਾਗਮ ਕੀਤਾ ਤੇ ਅਸੀਂ ਉਹਨਾਂ ਨਾਲੋਂ ਹੋਰ ਵਧੀਆ ਕਰੀਏ ਤਾਂ ਜੋ ਸਾਡਾ ਨਾਂ ਜਿਹੜਾ ਉਹ ਪ੍ਰਗਟ ਹੋਵੇ। ਜੇ ਫਲਾਣੇ ਨੇ ਇਹ ਲੰਗਰ ਲਾਇਆ ਸੀ ਤੇ ਅਸੀਂ ਆਹ ਲਾਈਏ। ਅੱਜ ਕੱਲ੍ਹ ਇਹ ਦਵੈਸ਼ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਪਨਪ ਰਹੀ ਹੈ। ਇਸ ਦਵੈਸ਼ ਦੀ ਅੱਗ ਦੇ ਵਿੱਚ ਸਾਡੇ ਜੀਵਨ ਸੜ ਰਹੇ ਨੇ, ਨਿੱਘਰ ਰਹੇ ਨੇ। ਉਹਦਾ ਕਾਰਨ ਹੈ ਵੀ ਅਸੀਂ ਇੱਕ ਓੰਕਾਰ ਕਹਿੰਦੇ ਜ਼ਰੂਰ ਆ, ਪਰ ਇੱਕ ਓੰਕਾਰ ਵਿੱਚ ਸਾਡਾ ਨਿਸ਼ਚਾ ਨਹੀਂ ਬਣਿਆ ਹੋਇਆ। ਰੋਜ਼ ਪੜ੍ਹਦੇ ਆ, ਸੁਣਦੇ ਆ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਪਰ ਇਹ ਪੰਕਤੀ ਸਾਡੇ ਹਿਰਦੇ 'ਚ ਨਹੀਂ ਵਸੀ ਹੋਈ। ਦਵੈਸ਼ ਦਾ ਭਾਵ ਸਾਡੇ ਹਿਰਦਿਆਂ 'ਚ ਬਣਿਆ। ਇੱਕ ਕਹਿਣ ਦੇ ਨਾਲ ਦਵੈਸ਼ ਮਿਟ ਜਾਣੀ ਚਾਹੀਦੀ ਹੈ। ਇੱਕ ਜੋ ਅਦੁੱਤੀ ਹੈ, ਜੋ 2 3 4 ਨਹੀਂ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਨਾਮ, ਉਹਦਾ ਨਾਮ ਹੀ ਤਰਈ ਕਾਲ ਸਤ ਹੈ, ਬਾਕੀ ਸਭ ਝੂਠ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇੱਕੋ ਰਹਿਸੀ ਨਾਨਕਾ। ਜਨਮ ਸਾਖੀ 'ਚ ਜ਼ਿਕਰ ਆਉਂਦਾ, ਇੱਕੋ ਹੀ ਹੈ ਜਿਹਨੇ ਰਹਿਣਾ। ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦਾ ਨਾਮ, ਉਹਦੀ ਹਸਤੀ, ਬਾਕੀ ਸਭ ਬਿਨਸੇਗਾ। ਜਿਸ ਦਾ ਨਾਮ ਤਰਈ ਕਾਲ ਸਤ ਹੈ ਔਰ ਜਿਸ ਦੇ ਨਾਮ ਨੂੰ ਜਪਣ ਵਾਲੇ ਵੀ ਉਸ ਸਤ 'ਚ ਅਭੇਦ ਹੋ ਕੇ ਸਤ ਹੀ ਹੋ ਜਾਂਦੇ ਨੇ, ਸਤ ਸਰੂਪ ਹੀ ਹੋ ਜਾਂਦੇ ਨੇ। ਜਿਹੜੇ ਉਸ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਨੇ ਉਹ ਸਤ ਰੂਪ ਹੀ ਹੋ ਜਾਂਦੇ ਨੇ। कबीर जैसे रविदास जैसे महापुरुष सतरूप ही हो गए। तो ऐसा काल पुरख परमेश्वर का बरकतां वाला नाम है जो त्रई काल सत है, सदा रहन वाला है। करता पुरख वो सारे संसार का करता है, उसे ने कीता सब कुछ। अकाल पुरख तो बिना कोई दूजा करता नहीं। कीता करना सर्ब रजाई, किछ कीचा जे कर सकी है। सब कुछ उसे दा कीता करना, ਉਹੀ ਸਾਰੇ ਜਗਤ ਦਾ ਕਰਤਾਰ ਹੈ। ਤੂੰ ਕਾਦਰ ਕਰਤਾ ਕਰੀਮ, ਤੂੰ ਸਾਰੇ ਜਗਤ ਦਾ ਕਾਦਰ ਮਾਲਕ ਹੈ ਤੇ ਕਰਤਾ ਹੈ ਔਰ ਰਹਿਮਤ ਕਰਨ ਵਾਲਾ, ਕਿਰਪਾ ਕਰਨ ਵਾਲਾ। ਤੂੰ ਜੋ ਸਾਰੇ ਸੰਸਾਰ ਨੂੰ ਕਰਨ ਵਾਲਾ ਉਹਨੂੰ ਕਹਿੰਦੇ ਨੇ ਕਰਤਾ ਪੁਰਖ, ਜਿਹੜਾ ਕਰਕੇ ਫਿਰ ਸਾਰਿਆਂ ਵਿੱਚ ਪੂਰਿਆ ਵੀ ਹੋਇਆ। ਸਭ ਨੂੰ ਪੂਰਨੇ ਵਾਲਾ, ਸਭ ਨੂੰ ਪਾਲਣੇ ਵਾਲਾ, ਸਭ ਦੀ ਰੱਖਿਆ ਕਰਨ ਵਾਲਾ ਹੈ। ਐਸਾ ਜੋ ਅਕਾਲ ਪੁਰਖ ਹੈ ਨਿਰਭਉ, ਉਹ ਨਿਰਭਉ ਵੀ ਹੈ, ਉਹਨੂੰ ਭਉ ਨਹੀਂ ਕਿਸੇ ਦਾ, ਉਹਨੂੰ ਡਰ ਨਹੀਂ ਹੈ ਕਿਸੇ ਦਾ। ਨਿਰਵੈਰ, ਫਿਰ ਉਹ ਨਿਰਵੈਰ ਵੀ ਆ, ਉਹਨੂੰ ਵੈਰ ਵੀ ਨਹੀਂ ਕਿਸੇ ਨਾਲ, ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਉਹਦਾ। ਮਹਾਰਾਜ ਜੀ ਤਾਂ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਪਾਤਸ਼ਾਹ ਕਹਿੰਦੇ ਮੇਰਾ ਨਾ ਕੋਈ ਵੈਰੀ ਹੈ ਤੇ ਨਾ ਮੈਨੂੰ ਕੋਈ ਬੇਗਾਨਾ ਪ੍ਰਤੀਤ ਹੁੰਦਾ। ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹੈ ਨਿਰਵੈਰ, ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ। ਪਾਤਸ਼ਾਹ ਇੱਕ ਜਗ੍ਹਾ ਤੇ ਫਰਮਾਨ ਕਰਦੇ ਨੇ, ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਮੁਖ ਵੈਰ ਵਿਰੋਧ ਗਵਾਵੈ।
ਜਿਹੜਾ ਗੁਰਮੁਖ ਹੈ ਆਪਣੇ ਹਿਰਦੇ ਚੋਂ ਵੈਰ ਵਿਰੋਧ ਦੀ ਬਿਰਤੀ ਨੂੰ ਗਵਾ ਦਿੰਦਾ, ਦੂਰ ਕਰ ਦਿੰਦਾ। ਗੁਰਸਿੱਖ ਦਾ ਗੁਰਸਿੱਖ ਨਾਲ ਵੈਰ ਨਾ ਹੋਵੇ। ਜੇ ਕਿਤੇ ਸਿੰਘਾਂ ਦੀ ਆਪਸ ਵਿੱਚ ਕਿਤੇ ਮਾੜੀ ਮੋਟੀ ਲੜਾਈ ਪੜਾਈ ਹੋ ਵੀ ਜਾਂਦੀ ਸੀ ਨਾ ਪੁਰਾਤਨ ਸਮਿਆਂ 'ਚ, ਤੇ ਉਹਨਾਂ ਦਾ ਵੈਰ ਇੰਜ ਹੁੰਦਾ ਸੀ ਜਿਵੇਂ ਪਾਣੀ ਵਿੱਚ ਲਕੀਰ। ਪਾਣੀ ਵਿੱਚ ਲਕੀਰ ਖਿੱਚੀ ਕਿੰਨਾ ਕੁ ਚਿਰ ਰਹਿੰਦੀ ਹੈ, ਇੰਨਾ ਕੁ ਚਿਰ ਵੈਰ ਨਹੀਂ ਰਹਿੰਦਾ ਸਿੱਖ ਦਾ ਸਿੱਖ ਨਾਲ। ਅੱਜ ਅਸੀਂ ਲਕੀਰਾਂ ਪੱਥਰਾਂ ਦੀਆਂ ਬਣਾ ਲਈਆਂ ਨੇ ਕਿ ਜਿਹੜੀਆਂ ਮਿਟਦੀਆਂ ਨੇ ਪੁਸ਼ਤਾਂ ਦਰ ਪੁਸ਼ਤਾਂ। ਕਿਤੇ ਗੁਰਸਿੱਖ ਦਾ ਗੁਰਸਿੱਖ ਨਾਲ ਮਾੜਾ ਮੋਟਾ ਵੈਰ ਵਿਰੋਧ ਹੋ ਵੀ ਜਾਣਾ ਤੇ ਸਿੰਘ ਇਹ ਨਹੀਂ ਸੀ ਕਹਿੰਦੇ ਸਾਡੀ ਲੜਾਈ ਹੋ ਗਈ, ਕਹਿੰਦੇ ਦਾਤਣ ਕੁਰਲਾ ਹੋਇਆ। ਪਰ ਹੁਣ ਤਾਂ ਅਸੀਂ ਵੈਰ ਦੇ ਪੰਡ ਆਪਣੇ ਹਿਰਦੇ 'ਚ ਬੰਨੀ ਫਿਰਦੇ ਹਾਂ। ਗੁਰੂ ਨਾਨਕ ਦੇ ਸਿੱਖਾਂ ਦੇ ਨਾਲ ਹੀ ਵੈਰ ਵਿਰੋਧ ਦੀ ਬਿਰਤੀ, ਨਾਲੇ ਸਵੇਰੇ ਉੱਠ ਕੇ ਰੋਜ਼ ਕਹਿੰਦੇ ਆ ਨਿਰਵੈਰ, ਫਿਰ ਹਿਰਦੇ 'ਚ ਵੈਰ ਪਲੀ ਜਾਵੇ। ਇਹਦਾ ਮਤਲਬ ਕੇਵਲ ਜ਼ੁਬਾਨ ਤੋਂ ਕੁਰਲੀਆਂ ਕਰ ਰਹੇ ਆ ਨਿਰਵੈਰ ਨਿਰਵੈਰ ਦੀਆਂ, ਨਿਰਵੈਰ ਅੰਦਰ ਨਹੀਂ ਉਤਰਿਆ। ਜੇ ਨਿਰਵੈਰ ਹਿਰਦੇ 'ਚ ਉਤਰਿਆ ਹੋਵੇ ਤੇ ਫਿਰ ਕਿਸੇ ਨਾਲ ਵੈਰ ਵਿਰੋਧ ਦੀ ਬਿਰਤੀ ਕਿਉਂ ਹੋਵੇ। ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹੈ ਨਿਰਵੈਰ, ਉਹਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ। ਅਕਾਲ ਮੂਰਤ, ਪਰਮੇਸ਼ਰ ਦੀ ਜਿਹੜੀ ਮੂਰਤ ਹਸਤੀ ਹੈ ਨਾ, ਉਹ ਅਕਾਲ ਹੈ, ਯਾਨੀ ਕਿ ਸਦਾ ਰਹਿਣ ਵਾਲੀ ਹੈ। ਭਾਰਤ ਵਿੱਚ ਬਹੁਤ ਸਾਰੀਆਂ ਮੂਰਤੀਆਂ ਬਣੀਆਂ ਨਜ਼ਰ ਆਉਂਦੀਆਂ, 5-5 ਹਜ਼ਾਰ ਸਾਲ ਪੁਰਾਣੀਆਂ ਕਲਾਕਿਰਤੀਆਂ ਨੇ। ਹਜ਼ਾਰਾਂ ਸਾਲ ਪੁਰਾਣੀਆਂ ਚਿੱਤਰਕਾਰੀਆਂ ਨੇ, ਸ਼ਿਲਪਕਾਰਾਂ ਨੇ ਬਹੁਤ ਕੁਝ ਰਚਿਆ, ਬਹੁਤ ਕੁਝ ਬਣਾਇਆ। ਪਰ ਜਿਹੜੀਆਂ ਸਮੇਂ ਦੇ ਦਾਇਰੇ 'ਚ ਰਹਿੰਦੀਆਂ ਨੇ ਮੂਰਤੀਆਂ, ਉਹ ਅਖੀਰ ਨੂੰ ਸਮੇਂ ਨੇ ਸਮੇਟਣੀਆਂ ਵੀ ਨੇ, ਖਤਮ ਵੀ ਕਰਨੀਆਂ। ਪਰ ਅਕਾਲ ਪੁਰਖ ਪਰਮੇਸ਼ਰ ਦੀ ਮੂਰਤ ਐਸੀ ਹੈ ਜਿਹੜੀ ਸਮੇਂ ਨੇ ਨਹੀਂ ਬਣਾਈ, ਇਸ ਕਰਕੇ ਉਹ ਸਦਾ ਰਹਿਣੀ। ਉਹਨੂੰ ਕਹਿੰਦੇ ਨੇ ਅਕਾਲ ਮੂਰਤ। ਉਹਦੀ ਮੂਰਤ ਅਕਾਲ ਕਾਲ ਦੇ ਦਾਇਰੇ ਤੋਂ ਬਾਹਰ ਹੈ। ਹਾਂਜੀ, ਅਜੂਨੀ, ਜੂਨੀਆਂ ਤੋਂ ਰਹਿਤ ਹੈ, ਉਹ ਜੂਨੀਆਂ ਵਿੱਚ ਨਹੀਂ ਆਉਂਦਾ। 84 ਲੱਖ ਜੂਨੀਆਂ ਉਹਦੇ ਤੋਂ ਆਈਆਂ ਨੇ, ਪਰ ਉਹ ਆਪ ਕਿਸੇ ਜੂਨੀ 'ਚ ਨਹੀਂ ਆਉਂਦਾ। ਸੈ ਭੰ, ਸੈ ਭੰ ਸਵਤੇ ਪ੍ਰਕਾਸ਼ ਹੈ, ਉਹ ਆਪਣੇ ਆਪ ਤੋਂ ਬਣਿਆ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਗੁਰ ਪ੍ਰਸਾਦ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਮਿਲਦਾ ਉਹ ਅਕਾਲ ਪੁਰਖ ਜਿਹਦਾ ਸਰੂਪ ਵਰਣਨ ਹੋਇਆ ਨਾ। ਕਿਵੇਂ ਮਿਲਦਾ? ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰ ਪ੍ਰਸਾਦ। ਸਤਿਗੁਰੂ ਗੁਰੂ ਨਾਨਕ ਸਾਹਿਬ ਜਿਹਦੇ ਤੇ ਕਿਰਪਾ ਕਰਨ, ਉਹਨੂੰ ਉਸ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਰਾਗ ਗੋਂਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ। ਰਾਗ ਗੌਂਡ ਹੈ, ਚੌਪਦੇ 4 ਪਦਿਆਂ ਵਾਲੇ ਸ਼ਬਦ ਨੇ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਜੇ ਮਨ ਚਿਤ ਆਸ ਰੱਖੈ ਹਰ ਉਪਰ। ਏ ਮੇਰਿਆ ਮਨਾ, ਤੂੰ ਆਸ ਕਰਦਾ, ਅਸੀਂ ਆਸ ਕੀਤੇ ਬਿਨਾਂ ਰਹਿ ਨਹੀਂ ਸਕਦੇ। ਮਾਂ ਬਾਪ ਦੀ, ਕਿਸੇ ਮਰਦ ਇਸਤਰੀ ਦੀ ਸ਼ਾਦੀ ਹੋਵੇ, ਆਸ ਕਰਦੇ ਆ ਫਿਰ ਸਾਡੇ ਘਰ ਸੰਤਾਨ ਹੋਵੇ। ਸੰਤਾਨ ਦੀ ਆਸ ਕਰਦੇ, ਸੰਤਾਨ ਹੁੰਦੀ, ਫਿਰ ਉਸ ਸੰਤਾਨ ਤੋਂ ਆਸ ਕਰਦੇ ਵੀ ਇਹ ਸਾਡੇ ਆਗਿਆਕਾਰੀ ਹੋਣ, ਸਾਡੀ ਸੇਵਾ ਟਹਿਲ ਕਰਨ, ਸਾਡਾ ਬਚਨ ਮੰਨਣ। ਫਿਰ ਹੋਰ ਕਿਤਨੇ ਪ੍ਰਕਾਰ ਦੀਆਂ ਆਸਾਂ ਨੇ ਜਿਹੜੀਆਂ ਇੱਕ ਦੂਜੇ ਤੋਂ ਮਨੁੱਖ ਨੇ ਰੱਖੀਆਂ ਹੋਈਆਂ।
ਬੱਚਿਆਂ ਦੀਆਂ ਆਸਾਂ ਮਾਂ-ਬਾਪ ਤੇ ਨੇ, ਮਾਂ-ਬਾਪ ਦੀ ਆਸ ਬੱਚਿਆਂ ਤੇ ਹੈ, ਇੱਕ ਦੂਜੇ ਤੇ ਆਸ ਕਰਕੇ ਟੁਰੇ ਚਲੇ ਜਾ ਰਹੇ ਨੇ। ਤੋ ਅਨੇਕ ਪ੍ਰਕਾਰ ਦੀਆਂ ਆਸਾਂ, ਬੰਦਾ ਬੰਦੇ ਦੀ ਆਸ ਕਰਦਾ, ਮਨੁੱਖ ਮਨੁੱਖ ਦੀ ਆਸ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਮਹਾਨ ਵੇਦ ਵਿਆਸ ਨੇ, ਉਹ ਕਹਿੰਦੇ ਮੈਂ ਹੈਰਾਨ ਆ ਜਦੋਂ ਬੰਦਾ ਬੰਦੇ ਤੋਂ ਮੰਗਦਾ, ਬੰਦਾ ਬੰਦੇ ਤੇ ਆਸ ਕਰਦਾ, ਤੇ ਕਹਿੰਦੇ ਮੈਂ ਵੇਖ ਕੇ ਹੈਰਾਨ ਹੁੰਨਾ ਵੀ ਇਹ ਉਹੀ ਬੰਦਾ ਜਿਹਨੂੰ 84 ਲੱਖ ਜੂਨੀਆਂ ਦਾ ਬਾਦਸ਼ਾਹ ਕਿਹਾ ਜਾਂਦਾ। ਭਾਈ ਸਾਹਿਬ ਲਿਖਦੇ ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇ ਰੇ, ਪਸ਼ੂ ਨਾ ਮੰਗਾ ਪਸ਼ੂ ਤੇ ਪੰਖੇਰੂ ਪੰਖੇਰੂ ਘੇਰੇ। ਕਹਿੰਦੇ ਮਨਮੁਖ ਬੰਦੇ ਦੀ ਦੇਹ ਤੋਂ ਪਸ਼ੂ ਪ੍ਰੇਤ ਕਈ ਗੁਣਾ ਚੰਗੇ ਨੇ, ਕਿਉਂਕਿ ਮੈਂ ਕਿਸੇ ਪਸ਼ੂ ਨੂੰ ਦੂਜੇ ਪਸ਼ੂ ਕੋਲੋਂ ਮੰਗਦਿਆਂ ਨਹੀਂ ਵੇਖਿਆ, ਕਿਸੇ ਪੰਛੀ ਨੂੰ ਦੂਜੇ ਪੰਛੀ ਕੋਲੋਂ ਮੰਗਦਿਆਂ ਨਹੀਂ ਵੇਖਿਆ। ਇੱਕ ਬੰਦਾ ਹੀ ਹੈ ਜਿਹੜਾ ਦੂਜੇ ਬੰਦਿਆਂ ਦੀ ਆਸ ਕਰਕੇ ਹੱਥ ਤੱਡ ਕੇ ਮੰਗਦਾ ਵੇਖਿਆ। ਫਿਰ ਇਹ ਬੰਦਾ ਜਾਨਵਰਾਂ ਨਾਲੋਂ ਉੱਤਮ ਕਿਵੇਂ ਹੋ ਸਕਦਾ? ਉਹ ਪੰਛੀ ਧਨ ਨੇ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਜਾਵਾਂ ਜਿਹੜੇ ਕੱਕਰ ਆਦਿਕ ਚੁਗ ਕੇ ਆਪਣਾ ਟਾਈਮ ਪਾਸ ਕਰਦੇ ਤੇ ਜੋੜਦੇ ਨਹੀਂ, ਅਗਲੇ ਦਿਨ ਵਾਸਤੇ ਫਿਰ ਪਰਮੇਸ਼ਰ ਦੀ ਆਸ ਰੱਖਦੇ ਨੇ, ਅਕਾਲ ਪੁਰਖ ਦੀ ਆਸ ਰੱਖਦੇ, ਰੱਬ ਦੀ ਆਸ ਨਹੀਂ ਛੱਡਦੇ। ਇੱਕ ਬੰਦਾ ਹੈ ਜਿਹੜਾ ਬੰਦੇ ਦੀ ਆਸ ਰੱਖਦਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸ, ਦੋਇ ਭਾਏ ਬਗੁਚੀਐ ਗੱਲ ਪਈ ਸੋ ਜਮ ਕੀ ਆਸ। ਪਰਮੇਸ਼ਰ ਦੀ ਆਸ ਛੱਡ ਕੇ, ਜਗਤ ਦੇ ਜੀਵਨ ਵਾਹਿਗੁਰੂ ਦੀ ਆਸ ਛੱਡ ਕੇ ਇਹ ਬੰਦਿਆਂ ਦੀ ਆਸ ਕਰਦਾ ਹੈ, ਜਿਸ ਕਰਕੇ ਦੂਜੇ ਭਾਵ ਵਿੱਚ ਦੁਬਦਾ 'ਚ ਲੱਗ ਕੇ ਖੁਆਰ ਹੁੰਦਾ ਔਰ ਇਹਦੇ ਗਲ 'ਚ ਜੰਮਾਂ ਦੀ ਫਾਹੀ ਪੈਂਦੀ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਆ, ਹੇ ਮੇਰਿਆ ਮਨਾ, ਜੇ ਤੈਂ ਆਪਣੇ ਚਿੱਤ ਵਿੱਚ ਆਸ ਰੱਖਣੀ ਹੈ ਤਾਂ ਫਿਰ ਉਸ ਹਰੀ ਦੇ ਉੱਤੇ ਰੱਖ, ਪਰਮੇਸ਼ਰ ਤੇ ਆਸ ਰੱਖ। ਆਸ ਬਿਨਾ ਨਹੀਂ ਨਾ ਰਹਿ ਸਕਦਾ ਤੂੰ, ਆਸ ਕੀਤੇ ਬਿਨਾ। ਤੇ ਸਾਰਿਆਂ ਦੀਆਂ ਆਸਾਂ ਲਾ ਕੇ ਅਕਾਲ ਪੁਰਖ ਦੀ ਆਸ ਰੱਖ। ਧਰ ਜੀ ਅਰੇ ਇੱਕ ਟੇਕ ਤੋਂ ਲਾਹੇ ਕੜਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਅਕਾਲ ਪੁਰਖ ਪਰਮੇਸ਼ਰ ਦੀ ਆਸ ਰੱਖ, ਨਿਰੰਕਾਰ ਦੀ ਆਸ ਰੱਖ। ਉਹਦੀ ਆਸ ਜੇ ਰੱਖੇਗਾ ਆਪਣੇ ਹਿਰਦੇ ਵਿੱਚ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਤਾਂ ਫਿਰ ਤੈਨੂੰ ਮਨ ਚਿੰਦੇ, ਮਨ ਚਿਤਵੇ ਹੋਏ, ਜੋ ਮਨ 'ਚ ਸੋਚੇਗਾ ਉਹ ਅਨੇਕਾਂ ਫਲ ਤੈਨੂੰ ਪ੍ਰਾਪਤ ਹੋਣਗੇ ਜੇ ਤੂੰ ਉਸ ਅਕਾਲ ਪੁਰਖ ਤੇ ਆਸ ਰੱਖੇਗਾ। ਜੇ ਤੂੰ ਉਸ ਹਰੀ ਤੇ ਆਸ ਰੱਖੇਗਾ ਤਾਂ ਤੇਰੇ ਮਨ ਚਿੰਦੇ ਅਨੇਕਾਂ ਅਨੇਕਾਂ ਫਲਾਂ ਦੀ ਤੂੰ ਪ੍ਰਾਪਤੀ ਕਰ ਲਵੇਂਗਾ, ਜੋ ਮਨ 'ਚ ਚਿਤਵੇਂਗਾ। ਪ੍ਰਭੂ ਤੇ ਆਸ ਰੱਖਣ ਵਾਲੇ, ਅਕਾਲ ਪੁਰਖ ਤੇ ਟੇਕ ਰੱਖਣ ਵਾਲੇ ਸੁਤੇ ਸਿੱਧ ਜੋ ਫੁਰਨਾ ਕਰਦੇ ਨੇ ਉਹ ਪੂਰਾ ਹੋ ਜਾਂਦਾ ਹੈ। ਜੋ ਉਹਨਾਂ ਦੇ ਮਨ 'ਚ ਸੁਭਾਵਕ ਵੀ ਖਿਆਲ ਆ ਜਾਏ, ਫੁਰਨਾ ਆ ਜਾਏ, ਉਹ ਫੁਰਨਾ ਅਕਾਲ ਪੁਰਖ ਜੀ ਦੇ ਘਰੋਂ ਉਹਨਾਂ ਦਾ ਪੂਰਾ ਹੋ ਜਾਂਦਾ। ਹਾਂਜੀ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ, ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਮੇਰਾ ਹਰੀ ਅੰਤਰਜਾਮੀ ਹੈ, ਉਹ ਜਾਣਦਾ ਹੈ ਸਭ ਦੇ ਹਿਰਦਿਆਂ ਵਿੱਚ ਕਿਸੇ ਦੇ ਹਿਰਦੇ 'ਚ ਕੀ ਵਰਤ ਰਿਹਾ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ, ਜੋ ਮਨੁੱਖ ਦੇ ਹਿਰਦੇ 'ਚ ਵਰਤਦਾ ਹੈ ਹਰੀ ਸਭ ਜਾਣਦਾ। ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਕ ਦਿਨ ਤਖਤ ਤੇ ਬੈਠੇ,
ਬਚਨ ਕੀਤਾ ਕੋਈ ਗੁਰੂ ਕਾ ਸਿੱਖ ਆ ਕੇ ਸਾਨੂੰ ਸ਼ੁੱਧ ਪਾਠ ਜਪਜੀ ਸਾਹਿਬ ਦਾ ਸੁਣਾਵੇ। ਸ਼ੁੱਧ ਪਾਠ ਮਹਾਰਾਜ ਜੀ ਦੇ ਅਨਿੰਨ ਸੇਵਕ ਭਾਈ ਗੋਪਾਲਾ ਜੀ ਸਤਿਗੁਰਾਂ ਦੇ ਸਨਮੁਖ ਉੱਠ ਖਲੋਤੇ, ਹੱਥ ਜੋੜੇ, ਮਹਾਰਾਜ ਸ਼ੁੱਧ ਪਾਠ ਵੀ ਤਾਂ ਹੁੰਦਾ ਜੇ ਤੁਹਾਡੀ ਦਇਆ ਹੋਵੇ, ਤੇ ਜੇ ਤੁਸੀਂ ਕਿਰਪਾ ਕਰੋ ਤੇ ਸੇਵਾ ਮੈਂ ਕਰਦਾ। ਛੇਵੇਂ ਪਾਤਸ਼ਾਹ ਤਖਤ ਤੇ ਸ਼ੋਭਨੀਕ ਹੋਏ, ਭਾਈ ਗੋਪਾਲਾ ਜੀ ਨੂੰ ਉੱਚੇ ਆਸਣ ਤੇ ਬਿਠਾਇਆ। ਗੁਰਬਾਣੀ ਪੜ੍ਹਨੀ ਸੀ, ਮਰਿਆਦਾ ਹੈ, ਜਿਹੜਾ ਗੁਰਬਾਣੀ ਪੜ੍ਹੇ ਉਹਨੂੰ ਉੱਚੇ ਥਾਂ ਤੇ ਬਿਠਾਓ, ਆਪ ਥੱਲੇ ਨੀਵੇਂ ਥਾਂ ਤੇ ਬੈਠੋ। ਹੁਣ ਅੱਜ ਕੱਲ੍ਹ ਤਾਂ ਸਤਿਗੁਰਾਂ ਦੇ ਦਰਬਾਰਾਂ ਵਿੱਚ ਸੋਫਿਆਂ ਤੱਕ ਰੱਖਣ ਲੱਗ ਪਏ ਆ। ਉੱਚੇ ਉੱਚੇ ਕੁਰਸੀਆਂ ਸਜਾ ਕੇ, ਫਿਰ ਬੈਠਣ ਦਾ ਤਰੀਕਾ ਵੀ ਇਹੋ ਜਿਹਾ ਵੀ ਲੱਤ ਤੇ ਲੱਤ ਧਰ ਕੇ ਬੈਠੇ ਹੁੰਦੇ। ਕੋਈ ਅਦਬ ਨਹੀਂ, ਗੁਰਬਾਣੀ ਦਾ ਕੋਈ ਭੈ ਨਹੀਂ, ਕੋਈ ਡਰ ਨਹੀਂ। ਕਹੋ ਤੇ ਅੱਗੋਂ ਕਈ ਪ੍ਰਕਾਰ ਦੇ ਸਵਾਲ ਜਵਾਬ ਕਰਦੇ, ਫਲਾਣੇ ਗੁਰਦੁਆਰੇ ਵੀ ਹੈ ਜੀ, ਫਲਾਣੇ 'ਚ ਵੀ ਹੈ ਜੀ, ਅਮਕੇ 'ਚ ਵੀ ਹੈ। ਸਤਿਗੁਰੂ ਜੀ ਨੇ ਭਾਈ ਗੋਪਾਲਾ ਜੀ ਨੂੰ ਉੱਚੇ ਥਾਂ ਬਿਠਾਇਆ। ਭਾਈ ਸਾਹਿਬ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਆਰੰਭਿਆ। ਬੜੇ ਪ੍ਰੇਮ ਨਾਲ ਲਗ ਮਾਤਰ ਅੱਖਰ ਦਾ ਖਿਆਲ ਰੱਖ ਕੇ ਜਪਜੀ ਸਾਹਿਬ ਪੜ੍ਹਨ ਲੱਗੇ। ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸਭ ਤੋਂ ਮਹਿੰਗੀ ਬਾਣੀ ਜਪਜੀ ਸਾਹਿਬ ਦੀ ਬਾਣੀ। ਅਸੀਂ ਆਮ ਕਰਕੇ ਕਹਿੰਦੇ ਆ ਵੀ ਜਪਜੀ ਸਾਹਿਬ ਤਾਂ ਸੌਖਾ ਜਿਹਾ ਹੈ, ਪਰ ਇਹਦਾ ਉਚਾਰਨ ਵੀ ਔਰ ਇਹਦੇ ਅਰਥ ਵੀ ਬੜੇ ਡੂੰਘੇ ਨੇ। ਜਪਜੀ ਸਾਹਿਬ ਦੀ ਮਹਿੰਗੀ ਬਾਣੀ ਹੈ। ਇਸੇ ਕਰਕੇ ਗੁਰਬਾਣੀ ਦੀ ਸੰਥਿਆ ਕਰਨੀ ਚਾਹੀਏ ਗੁਰਸਿੱਖਾਂ ਨੂੰ। ਸੰਥਿਆ ਨਾਲ ਉਸਤਾਦਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜਿਹੜੀ ਅਸੀਂ ਆਪ ਨਹੀਂ ਸਿੱਖ ਸਕਦੇ, ਉਹ ਉਸਤਾਦ ਕੋਲੋਂ ਸਿੱਖਿਆ ਜਾਂਦਾ। ਲਗ ਮਾਤਰ ਅੱਖਰ ਦਾ ਪੂਰਾ ਖਿਆਲ ਰੱਖ ਕੇ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ 'ਚ ਸੰਕਲਪ ਆਇਆ, ਭਾਈ ਗੋਪਾਲਾ ਜੀ ਇੰਨੇ ਪ੍ਰੇਮ ਨਾਲ ਜਪਜੀ ਸਾਹਿਬ ਦੀ ਬਾਣੀ ਸੁਣਾ ਰਹੇ ਨੇ, ਇਹਨਾਂ ਨੂੰ ਕੀ ਦੇਈਏ, ਇਹਨਾਂ ਨੂੰ ਭੇਟਾ ਕੀ ਦੇਈਏ। ਸੋਚਿਆ ਵੀ ਸਤਿਗੁਰਾਂ ਦੀ ਬਾਣੀ ਦੀ ਭੇਟਾ ਇਸ ਸੰਸਾਰ ਵਿੱਚ ਕੀ ਹੋ ਸਕਦੀ। ਆ ਧਨ ਦੌਲਤ ਸੰਪਦਾ ਇਹ ਤਾਂ ਕੁਝ ਵੀ ਨਹੀਂ, ਪੂਰੇ ਸੰਸਾਰ ਦੀ ਮਾਇਆ ਵੀ ਦੇ ਦਿਓ ਤਾਂ ਕੁਝ ਵੀ ਨਹੀਂ। ਇਹ ਸੰਸਾਰ ਵਿੱਚ ਇਸ ਵਕਤ ਅਗਰ ਕੋਈ ਸਭ ਤੋਂ ਉੱਤਮ ਪਦਵੀ ਹੈ ਤਾਂ ਉਹ ਇਹ ਗੁਰੂ ਨਾਨਕ ਦੀ ਗੱਦੀ ਹੈ। ਅਸੀਂ ਭਾਈ ਗੋਪਾਲਾ ਜੀ ਨੂੰ ਇਹ ਗੱਦੀ ਦੇ ਦਿੰਦੇ। ਉਧਰ ਭਾਈ ਗੋਪਾਲਾ ਜੀ ਪਾਠ ਕਰਦਿਆਂ ਕਰਦਿਆਂ ਜਦੋਂ ਸ਼ਲੋਕ ਤੱਕ ਆਏ ਨਾ, ਉੱਥੇ ਆ ਕੇ ਉਹਨਾਂ ਦੇ ਮਨ 'ਚ ਫੁਰਨਾ ਆ ਗਿਆ ਵੀ ਜਦੋਂ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਉਹ ਘੋੜਾ ਮੰਗਾਂਗਾ ਜਿਹੜਾ ਭਾਈ ਸੁਭਾਗਾ ਲਿਆ ਕੇ ਦੇ ਗਿਆ ਸੀ ਨਾ, 5 ਘੋੜੇ ਤੇ 1 ਘੋੜਾ ਉਹਨਾਂ ਵਿੱਚੋਂ ਸਤਿਗੁਰਾਂ ਕੋਲੋਂ ਮੈਂ ਮੰਗਾਂਗਾ। ਵੇਖੋ ਪਾਤਸ਼ਾਹ ਦੀ ਖੇਡ, ਮਹਾਰਾਜ ਜੀ ਸਭ ਕੁਝ ਦੇਣਾ ਚਾਹੁੰਦੇ ਭਾਈ ਸੁਭਾਗੇ ਦੇ ਮਨ, ਕਿਉਂਕਿ ਭਾਗਾਂ ਬਿਨਾਂ ਨਹੀਂ ਨਾ ਕੁਝ ਮਿਲਦਾ। ਭਾਈ ਮਨੀ ਸਿੰਘ ਜੀ ਨੇ ਬੜੇ ਸੁੰਦਰ ਬਚਨ ਲਿਖੇ ਨੇ। ਉਹ ਕਹਿੰਦੇ ਅਖੰਡ ਪਾਠ ਕਰਨ ਵਾਲਾ ਮਨ 'ਚ ਕਾਮਨਾ ਨਾ ਰੱਖੇ ਵੀ ਮੈਂ ਬਦਲੇ 'ਚ ਕੋਈ ਭੇਟਾ ਲੈਣੀ, ਔਰ ਜਿਹੜਾ ਪਾਠ ਕਰਾ ਰਿਹਾ ਉਹਦੇ ਅੰਦਰ ਇਹ ਬਿਰਤੀ ਨਾ ਹੋਵੇ ਵੀ ਮੈਂ ਇਹਦੇ ਕੋਲੋਂ ਕੁਝ ਛੁਪਾਉਣਾ, ਵੀ ਸਭ ਕੁਝ ਇਹਨੂੰ ਭੇਟ ਕਰਦਿਆਂ ਜਿਹੜਾ ਗੁਰੂ ਕੀ ਬਾਣੀ ਸੁਣਾ ਰਿਹਾ। ਲੈਣ ਵਾਲਾ ਸਬਰ ਵਾਲਾ ਹੋਵੇ, ਦੇਣ ਵਾਲਾ ਸਤੀ ਹੋਵੇ। ਅੱਜ ਨਾ ਕਰਨ ਵਾਲੇ ਸੰਤੋਖੀ ਨੇ, ਨਾ ਕਰਾਉਣ ਵਾਲੇ ਸਤੀ ਨੇ।
ਕਰਨ ਵਾਲਿਆਂ ਦੇ ਮਨ 'ਚ ਵੀ ਕਾਂਖਾ ਹੁੰਦੀ ਵੀ ਇੰਨੀ ਕੁ ਭੇਟਾ ਮਿਲੇ, ਤੇ ਦੇਣ ਵਾਲੇ ਦੀ ਲੜਾਈ ਬਹਿਸ ਕਰਦੇ ਨਜ਼ਰ ਆਉਂਦੇ ਹੋ। ਤੁਸੀਂ ਬਾਣੀ ਵੇਚਦੇ ਹੋ, ਉਹ ਵੀ ਅੱਗੋਂ ਬਹਿਸ ਕਰਦੇ ਹੁੰਦੇ ਇੰਨੀ ਭੇਟਾ, ਫਲਾਣੇ ਗੁਰਦੁਆਰੇ ਵਾਲੇ ਤਾਂ ਇੰਨੀ ਲੈਂਦੇ ਆ, ਤੁਸੀਂ ਇੰਨੀ ਰੱਖੀ ਹੈ। ਛੇਵੇਂ ਪਾਤਸ਼ਾਹ ਕਹਿੰਦੇ ਕੀ ਭੇਟਾ ਕਰੀਏ ਜਪਜੀ ਸਾਹਿਬ ਦੀ? ਕਹਿੰਦੇ ਗੱਦੀ ਹੈ ਸਭ ਤੋਂ ਕੀਮਤੀ, ਇਹੀ ਦੇ ਦਿੰਦੇ ਆ। ਉਧਰ ਭਾਈ ਗੋਪਾਲਾ ਮਨ ਚ ਸੋਚੇ ਵੀ ਘੋੜਾ ਮੰਗਾਂਗਾ ਸਤਿਗੁਰਾਂ ਕੋਲੋਂ। ਮਹਾਰਾਜ ਜੀ ਫਿਰ ਤਖਤ ਤੇ ਬਹਿ ਗਏ, ਉੱਠਦੇ ਉੱਠਦੇ। ਭਾਈ ਗੋਪਾਲਾ ਜੀ ਨੇ ਪਾਠ ਦਾ ਭੋਗ ਪਾਇਆ ਤੇ ਮਹਾਰਾਜ ਜੀ ਨੇ ਆਖਿਆ, ਭਾਈ ਗੋਪਾਲਾ ਜੀ ਮੰਗੋ ਕੀ ਚਾਹੀਦਾ? ਮਹਾਰਾਜ ਕੁਝ ਨਹੀਂ ਚਾਹੀਦਾ। ਹੁਣ ਮਨ 'ਚ ਸ਼ਰਮ ਵੀ ਆਵੇ, ਕਿਵੇਂ ਮੰਗਾ? ਮਹਾਰਾਜ ਜੀ ਕਹਿੰਦੇ, ਗੋਪਾਲਾ ਜੀ ਮੰਗ ਤਾਂ ਤੁਸੀਂ ਪਹਿਲਾਂ ਹੀ ਰੱਖ ਲਈ, ਅਸੀਂ ਤਾਂ ਬਹੁਤ ਕੁਝ ਦੇਣ ਨੂੰ ਤਿਆਰ ਹੋ ਗਏ ਸੀ, ਪਰ ਤੁਹਾਡੀ ਨਿਗਾਹ ਘੋੜੇ ਤੇ ਟਿਕੀ। ਕਹਿੰਦੇ ਜਾਓ ਭਾਈ ਉਹ ਲਿਆਓ ਘੋੜਾ, ਨਾਲੇ ਉਹਦੇ ਤੇ ਸੋਹਣੀ ਕਾਠੀ ਪਾ ਕੇ ਲਿਆਓ ਤੇ ਭਾਈ ਗੋਪਾਲੇ ਨੂੰ ਦਿਓ। ਜਾਣੀ ਜਾਣ ਜਾਣਦੇ ਨੇ ਕਿਸ ਦੇ ਹਿਰਦੇ 'ਚ ਕੀ ਵਰਤ ਰਿਹਾ। ਅੰਤਰਜਾਮੀ ਜੋ ਹੈ, ਹਰ ਜਾਣੈ ਸਭ ਕਿਛ ਜੋ ਜੀਏ ਵਰਤੈ। ਹਰੀ ਜਾਣਦੇ ਨੇ ਸਭ ਕੁਝ, ਜੋ ਕਿਸੇ ਦੇ ਜੀੜੇ ਵਿੱਚ ਹਿਰਦੇ 'ਚ ਵਰਤਦਾ। ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਆਹਾ, ਮਹਾਰਾਜ ਜੀ ਇਹੋ ਜਿਹੇ ਦਿਆਲੂ ਨੇ ਕਿ ਕਿਸੇ ਦੀ ਘਾਲੀ ਹੋਈ ਘਾਲਣਾ ਦਾ ਇੱਕ ਤਿਲ ਮਾਤਰ ਵੀ ਅਜਾਈ ਨਹੀਂ ਜਾਣ ਦਿੰਦੇ। ਜਿਹਦੇ ਗੁਰੂ ਨਾਨਕ ਵਕਤ ਦੇ ਘਰ ਵਾਸਤੇ ਤਿਲ ਮਾਤਰ ਵੀ ਘਾਲਣਾ ਘਾਲੀ ਹੈ ਨਾ, ਤਿਲ ਮਾਤਰ ਵੀ, ਤਿਲ ਦਾ ਮਤਲਬ ਥੋੜੀ ਜਿੰਨੀ ਘਾਲਣਾ, ਸਤਿਗੁਰੂ ਜੀ ਉਹ ਵੀ ਅਜਾਈ ਨਹੀਂ ਜਾਣ ਦਿੰਦੇ। ਮਹਾਰਾਜ ਜੀ ਉਹ ਘਾਲਣਾ ਨੂੰ ਵੀ ਬੂਰ ਲਾ ਦਿੰਦੇ ਐ। ਇਹ ਕੇਵਲ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਕਿਸੇ ਦੀ ਰੰਚਕ ਮਾਤਰ ਵੀ ਘਾਲੀ ਹੋਈ ਘਾਲਣਾ ਅਜਾਈ ਨਹੀਂ ਜਾਣ ਦਿੰਦੇ। ਲੋਕਾਂ ਨੂੰ ਦਿਸਦਾ ਵੀ ਇਹ ਟੋਕਰੀ ਭਰ ਕੇ ਮਿੱਟੀ ਦੀ ਲੈ ਕੇ ਜਾ ਰਿਹਾ, ਪਰ ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ ਮਿੱਟੀ ਦੀ ਟੋਕਰੀ ਤੇ ਨਹੀਂ, ਉਸ ਟੋਕਰੀ ਵਿੱਚ ਮਿੱਟੀ ਦੇ ਕਿੰਨੇ ਕਣ ਚੁੱਕ ਕੇ ਲੈ ਕੇ ਜਾ ਰਿਹਾ, ਪਾਤਸ਼ਾਹ ਦੀ ਦ੍ਰਿਸ਼ਟੀ ਉਹਦੇ ਤੇ ਹੈ। ਔਰ ਇੱਕ ਇੱਕ ਕਣ ਦਾ ਫਲ ਦੇਣਾ, ਨਾ ਕੱਲੀ ਟੋਕਰੀ ਦਾ। ਕਹਿਣ ਤੋਂ ਭਾਵ ਕਿ ਕੋਈ ਕਿਣਕਾ ਮਾਤਰ ਵੀ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਘਾਲਣਾ ਘਾਲਦਾ, ਮਹਾਰਾਜ ਜੀ ਉਹਨੂੰ ਵਿਅਰਥ ਨਹੀਂ ਜਾਣ ਦਿੰਦੇ, ਅਜਾਈ ਨਹੀਂ ਜਾਣ ਦਿੰਦੇ। ਐਸੇ ਸਰਬ ਕਲਾ ਸਮਰੱਥ ਦੇਵ ਹਨ। ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਇਹ ਮੇਰੇ ਮਨ ਉਹਦੀ ਆਸ ਕਰ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ, ਉਹਦੀ ਆਸ ਕਰ, ਉਹਦਾ ਭਰੋਸਾ ਆਪਣੇ ਹਿਰਦੇ 'ਚ ਰੱਖ, ਜਿਹੜਾ ਸਾਰਿਆਂ ਵਿੱਚ ਸੁਆਮੀ ਸਮਾਇਆ ਹੋਇਆ। ਜੋ ਸਭ ਮੈਂ ਸੁਆਮੀ ਰਹਾ ਸਮਾਈ, ਜਿਹੜਾ ਸੁਆਮੀ ਸਭ 'ਚ ਸਮਾਇਆ ਹੋਇਆ। ਹੇ ਮੇਰਿਆ ਮਨਾ ਤੂੰ ਉਹਦੀ ਆਸ ਕਰ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਹੇ ਮੇਰਿਆ ਮਨਾ ਤੂੰ ਆਸਾ ਕਰ ਉਸ ਜਗਤ ਦੇ ਈਸ਼ਵਰ ਗੁਸਾਈ ਦੀ ਆਸ ਰੱਖ, ਜਿਹੜਾ ਸਾਰੇ ਜਗਤ ਦਾ ਸੁਆਮੀ ਹੈ, ਸਾਰੇ ਜਗਤ ਦਾ ਸਾਈਂ ਹੈ। ਹੇ ਮੇਰਿਆ ਮਨਾ ਤੂੰ ਉਹਦੀ ਆਸ ਕਰ। ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾਨਿਹ ਫਲ ਆਸ ਸਭ ਬਿਰਥੀ ਜਾਈ। ਹਰੀ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾ ਜੇ ਤੂੰ ਕਿਸੇ ਹੋਰ ਦੀ ਆਸ ਕਰੇਗਾ ਤਾਂ ਹੇ ਮੇਰਿਆ ਮਨਾ ਤੇਰੀ ਉਹ ਸਾਰੀ ਆਸ ਨਿਸ਼ਫਲ ਚਲੀ ਜਾਏਗੀ, ਵਿਅਰਥ ਚਲੀ ਜਾਏਗੀ। ਆਪਣੇ ਸੁਆਮੀ ਤੋਂ, ਆਪਣੇ ਹਰੀ ਤੋਂ ਬਿਨਾ ਜੇ ਕਿਸੇ ਹੋਰ ਦੀ ਆਸ ਕਰੇਗਾ ਤਾਂ ਉਹ ਆਸ ਵਿਅਰਥ ਚਲੀ ਜਾਏਗੀ। ਹਾਂਜੀ। ਰਹਾਉ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ, ਤਿਸ ਕੀ ਆਸ ਲਗ
ਜਨਮ ਗਵਾਈ। ਜੋ ਦਿਸੈ ਮਾਇਆ ਮੋਹ ਕੁਟੰਬ ਸਭ। ਆ ਜਿਹੜਾ ਮਾਇਆ ਦਾ ਮੋਹ ਦਿਸਦਾ ਹੈ, ਮਾਇਆ ਦੀ ਮਮਤਾ ਦਿਸਦੀ ਹੈ, ਕੁਟੰਬ ਟੱਬਰ ਦਾ ਪਰਿਵਾਰ ਦਾ ਮੋਹ ਦਿਸਦਾ ਹੈ, ਇਹ ਜਿਤਨਾ ਕੁਝ ਦਿਸ ਰਿਹਾ ਹੈ ਸਭ ਕੁਝ ਮਤ ਤਿਸ ਕੀ ਆਸ ਲਗ ਜਨਮ ਗਵਾਈ। ਮਤਾਂ ਭੁਲੇਖੇ ਚ ਪੈ ਕੇ ਇਹਨਾਂ ਦੀ ਆਸ ਰੱਖ ਕੇ ਤੂੰ ਆਪਣਾ ਜਨਮ ਵਿਅਰਥ ਨਾ ਗਵਾ ਬੈਠੀ ਕਿ ਮੇਰਾ ਟੱਬਰ ਮੇਰੇ ਨਾਲ ਨਿਭੇਗਾ, ਮੇਰੀ ਮਾਇਆ ਮੇਰੇ ਨਾਲ ਨਿਭੇਗੀ, ਮੇਰਾ ਧਨ ਮੇਰੇ ਨਾਲ ਨਿਭੇਗਾ। ਇਹਨਾਂ ਦੀ ਆਸ ਰੱਖ ਕੇ ਮਤਾਂ ਤੂੰ ਆਪਣਾ ਜਨਮ ਵਿਅਰਥ ਨਾ ਗਵਾ ਲਵੇਂ। ਮਤ ਦਾ ਸ਼ਬਦ ਮਹਾਰਾਜ ਜੀ ਨੇ, ਮਤਾਂ ਇਹਨਾਂ ਪਿੱਛੇ ਲੱਗ ਕੇ ਤੂੰ ਆਪਣਾ ਜਨਮ ਵਿਅਰਥ ਨਾ ਗਵਾ ਲਵੇਂ, ਨਿਸ਼ਫਲ ਨਾ ਗਵਾ ਲਵੇਂ। ਜੇ ਆਸ ਰੱਖਣੀ ਤੇ ਅਕਾਲ ਪੁਰਖ ਪਰਮੇਸ਼ਰ ਦੀ ਰੱਖ, ਜਿਸ ਦੀ ਆਸ ਕੀਤਿਆਂ ਤੇਰੇ ਸਾਰੇ ਆਸ ਮਨੋਰਥ ਪੂਰਨ ਹੋਣਗੇ। ਉਸ ਨਿਰੰਕਾਰ ਨੂੰ ਛੱਡ ਕੇ ਜੇ ਤੂੰ ਕੁਟੰਬੀਆਂ ਦੀ ਆਸ ਰੱਖਦਾ ਹੈ, ਪਦਾਰਥਾਂ ਦੀ ਆਸ ਰੱਖਦਾ ਹੈ, ਆਪਣੀਆਂ ਪਦਵੀਆਂ ਰੁਤਬਿਆਂ ਦੀਆਂ ਆਸਾਂ ਰੱਖਦਾ ਹੈ, ਧਨ ਸੰਪਦਾ ਦੀ ਜ਼ਮੀਨ ਜਾਇਦਾਦ ਦੀ ਆਸ ਰੱਖਦਾ ਹੈ, ਇਹਨਾਂ ਦੀ ਆਸ ਰੱਖ ਕੇ ਤੂੰ ਆਪਣਾ ਜਨਮ ਵਿਅਰਥ ਗਵਾ ਲਵੇਂਗਾ। ਹਾਂਜੀ। ਇਨਕਾ ਕਿਛ ਹਾਥ ਨਹੀਂ ਕਹਾ ਕਰ ਹੈ ਇਹ ਬੱਪੜੇ। ਇਨਕਾ ਵਾਹਿਆ ਕਛ ਨਾ ਵਸਾਈ। ਹੇ ਮੇਰਿਆ ਮਨਾ, ਇਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਜਿਨ੍ਹਾਂ ਦੀ ਤੂੰ ਆਸ ਕਰਦਾ ਨਾ, ਬੰਦਿਆਂ ਦੀ, ਕੁਟੰਬੀਆਂ ਦੀ, ਸੰਬੰਧੀਆਂ ਦੀ। ਇਹਨਾਂ ਦੇ ਹੱਥ ਕੀ ਹੈ? ਇਹ ਤਾਂ ਵਿਚਾਰੇ ਆਪ ਪਰਮੇਸ਼ਰ ਦੇ ਅਧੀਨ ਨੇ। ਇਹਨਾਂ ਦੀ ਆਸ ਕਾਹਦੀ ਕਰਨੀ ਹੋਈ? ਇਹਨਾਂ ਦੇ ਹੱਥ ਕੀ ਹੈ? ਇਨਕਾ ਕਿਛ ਹਾਥ ਨਹੀਂ ਕਹਾਂ ਕਰਹਾ ਇਹ ਬੱਪੜੇ। ਵਿਚਾਰੇ ਕੀ ਕਰਨਗੇ? ਇਹਨਾਂ ਦੇ ਹੱਥ ਕੀ ਹੈ? ਇਨਕਾ ਵਾਹਿਆ ਕਛ ਨਾ ਵਸਾਈ। ਇਹਨਾਂ ਦੇ ਜ਼ੋਰ ਲਾਇਆ ਵੀ ਕੁਝ ਨਹੀਂ ਹੋਣਾ। ਜੇ ਕਰਨਾ ਚਾਹਣ ਤਾਂ ਕੁਝ ਨਹੀਂ ਕਰ ਸਕਦੇ, ਕਿਉਂਕਿ ਕਰਤਾ ਤਾਂ ਅਕਾਲ ਪੁਰਖ ਹੈ, ਕਰਤਾ ਤਾਂ ਪਰਮੇਸ਼ਰ ਹੈ। ਇਹਨਾਂ ਦੇ ਹੱਥ ਕੀ ਹੈ? ਜਿਹੜੇ ਆਪ ਪਰਮੇਸ਼ਰ ਦੇ ਦਿੱਤੇ ਸਵਾਸਾਂ ਨੂੰ ਭੋਗਣੇ ਵਾਲੇ ਨੇ। ਮਿੱਟੀ ਦੀਆਂ ਪੁਤਲੇ, ਮਿੱਟੀ ਦੇ ਪੁਤਲੇ ਨੇ, ਜਿਨ੍ਹਾਂ ਦੀਆਂ ਡੋਰੀਆਂ ਆਪ ਪਰਮੇਸ਼ਰ ਨੇ ਫੜੀਆਂ ਨੇ। ਕੀ ਕਰ ਸਕਦੇ ਹੈ? ਇਹਨਾਂ ਦੇ ਵੱਸ ਕੀ ਹੈ? ਜਿਨ੍ਹਾਂ ਦੀ ਤੂੰ ਆਸ ਰੱਖਦਾ, ਜਿਨ੍ਹਾਂ ਦਾ ਭਰੋਸਾ ਰੱਖੀ ਬੈਠਾ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ। ਇਹ ਮੇਰਿਆ ਮਨਾ, ਹਾਲੇ ਵੀ ਵੇਲਾ ਇਹ ਬਿਡਾਣੀਆਂ ਆਸਾਂ ਲਾ ਕੇ ਆਪਣੇ ਉਸ ਪਿਆਰੇ ਪ੍ਰੀਤਮ ਦੀ ਆਸ ਕਰ ਜਿਹੜਾ ਸਾਰਿਆਂ ਵਿੱਚ ਵਰਤਦਾ ਹੈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ। ਹੇ ਮੇਰਿਆ ਮਨਾ, ਉਸ ਆਪਣੇ ਪਿਆਰੇ ਹਰੀ ਪ੍ਰੀਤਮ ਦੀ ਆਸ ਕਰ, ਅਕਾਲ ਪੁਰਖ ਦੀ ਆਸ ਰੱਖ, ਗੁਰੂ ਨਾਨਕ ਸਾਹਿਬ ਦੀ ਆਸ ਭਰੋਸਾ ਆਪਣੇ ਹਿਰਦੇ ਵਿੱਚ ਰੱਖ। ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛੜਾਈ। ਜਦੋਂ ਹਰੀ ਤੇ ਆਸ ਕਰੇਗਾ, ਗੁਰੂ ਨਾਨਕ ਸਾਹਿਬ ਤੇ ਆਸ ਕਰੇਗਾ, ਉਹ ਤੈਨੂੰ ਵੀ ਤਾਰਨਗੇ ਔਰ ਤੇਰਾ ਕੁਟੰਬ ਟੱਬਰ ਵੀ ਛਡਾ ਲੈਣਗੇ, ਮੁਕਤ ਕਰ ਦੇਣਗੇ। ਤੈਨੂੰ ਤਾਂ ਤਾਰਨਗੇ ਹੀ, ਜੋ ਤੁਝ ਤਾਰੈ ਤੈਨੂੰ ਤਾਰਨਗੇ। ਤੇਰਾ ਕੁਟੰਬ ਸਭ ਛਡਾਈ, ਤੇਰਾ ਕੁਟੰਬ ਵੀ ਸਾਰਾ ਛਡਾ ਲੈਣਗੇ, ਉਹਨਾਂ ਨੂੰ ਵੀ ਮੁਕਤੀ ਦਾ ਦਾਨ ਦੇ ਕੇ ਨਿਵਾਜਣਗੇ। ਜੇ ਕਿਛ ਆਸ ਅਵਰ ਕਰਹਿ ਪਰਮਿਤਰੀ। ਮਤ ਤੂੰ ਜਾਣੈ ਤੇਰਾ ਕਿਤੈ ਕੰਮ ਆਈ। ਇੱਥੇ ਪਰਮਿਤਰੀ ਸ਼ਬਦ ਮਹਾਰਾਜ ਜੀ ਵਰਤ ਰਹੇ ਨੇ, ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ। ਪਰਮਿਤਰੀ ਦਾ ਕੀ ਮਤਲਬ ਹੁੰਦਾ? ਪਰਮਿਤਰੀ ਦਾ ਮਤਲਬ ਹੁੰਦਾ ਮਾਇਆ। ਹੇ ਮੇਰਿਆ ਮਨਾ, ਜੇ ਤੂੰ ਮਾਇਆ ਦੀ ਆਸ ਕਰਦਾ, ਜੋ ਕਿਛ ਆਸ ਅਵਰ ਕਰਹਿ ਪਰਮਿਤਰੀ, ਵੀ ਜਿਹੜੀ ਤੈਂ ਮਾਇਆ ਇਕੱਠੀ ਕੀਤੀ ਉਹਦੇ ਤੇ ਆਸ ਕਰਦਾ, ਉਹਦੇ ਤੇ ਭਰੋਸਾ ਕਰਦਾ,
ਤੇ ਮਤ ਤੂੰ ਜਾਣੈ ਤੇਰਾ ਕਿਤੇ ਕੰਮ ਆਈ। ਮਤਾ ਤੇਰੇ ਮਨ 'ਚ ਭੁਲੇਖਾ ਹੋਵੇ ਕਿ ਪਰਮਾਰਥ ਦੇ ਰਸਤੇ ਤੇ ਤੇਰੀ ਇਕੱਠੀ ਕੀਤੀ ਹੋਈ ਮਾਇਆ ਤੇਰੇ ਕਿਸੇ ਕੰਮ ਆਉਣੀ ਆ, ਨਹੀਂ ਆਉਣੀ। ਉੱਥੇ ਤਾਂ ਨਾਮ ਧਨ ਜਿੰਨਾ ਵਿਆਜਿਆ ਉਹ ਹੀ ਇਕੱਠਾ ਕੀਤਾ ਨਾਲ ਨਿਭਣਾ, ਆ ਨਹੀਂ ਜੇ ਨਾਲ ਨਿਭਣਾ। ਇਹ ਝੂਠੀ ਆਸ ਤੂੰ ਆਪਣੇ ਹਿਰਦੇ 'ਚ ਰੱਖੀ ਬੈਠਾ ਹੈ। ਇਸ ਦੀ ਆਸ ਕਰਨ ਵਾਲੇ ਬੜੇ ਨੇ ਜਿਹੜੇ ਸਰੀਰ ਤਿਆਗ ਕੇ ਪ੍ਰੇਤ ਜੂਨੀਆਂ ਵਿੱਚ, ਸਰਪ ਜੂਨੀਆਂ ਵਿੱਚ ਭਟਕਦੇ ਫਿਰਦੇ ਹੈ। ਇਹ ਭੁਲੇਖਾ ਹੈ ਤੇਰਾ ਕਿ ਤੂੰ ਜਿਹਦੀ ਆਸ ਕਰੀ ਬੈਠਾ ਇਸ ਮਾਇਆ ਦੀ, ਇਹ ਤੇਰੇ ਕਿਸੇ ਕੰਮ ਆਵੇਗੀ। ਪਰਮਾਰਥ ਦੇ ਰਸਤੇ ਵਿੱਚ ਜਦੋਂ ਤੈਂ ਜਾਣਾ, ਇਹਦੇ ਵਿੱਚੋਂ ਕੁਝ ਵੀ ਤੇਰੇ ਕੰਮ ਨਹੀਂ ਆਉਣਾ। ਇਹ ਆਸ ਪਰਮਿਤਰੀ ਭਾਉ ਦੂਜਾ ਹੈ, ਖਿਨ ਮਹਿ ਝੂਠ ਬਿਨਸ ਸਭ ਜਾਈ। ਇਹ ਜਿਹੜੀ ਮਾਇਆ ਦੀ ਆਸ ਹੈ ਨਾ, ਇਹ ਝੂਠੀ ਹੈ, ਦੂਜੇ ਭਾਵ ਵਿੱਚ ਦੁਬਦਾ ਚਲਾਉਣ ਵਾਲੀ ਹੈ। ਤੇ ਜਦੋਂ ਤੈਂ ਪ੍ਰਾਣ ਤਿਆਗਣੇ ਨੇ, ਸਭ ਤੋਂ ਪਹਿਲਾਂ ਇਹਨੇ ਬਿਨਸਣਾ, ਸਭ ਤੋਂ ਪਹਿਲਾਂ ਇਹਨੇ ਛੱਡਣਾ। ਹਾਲਾਂਕਿ ਸਰੀਰ ਵੀ ਤੇਰਾ ਮੜੀਆਂ ਤੱਕ ਜਾਏਗਾ, ਪਰ ਜੇਬ 'ਚ ਪਾਇਆ ਹੋਇਆ ਧਨ ਪਹਿਲਾਂ ਹੀ ਅਗਲਿਆਂ ਸਾਈਆਂ ਨੇ ਕੱਢ ਲੈਣਾ। ਹੱਥ 'ਚ ਪਾਈਆਂ ਮੁੰਦਰੀਆਂ ਤੱਕ ਸਾਬਣ ਲਾ ਲਾ ਕੇ ਲਾਂਦੇ ਵੇਖੇ ਜਾਂਦੇ ਆ ਵੀ ਇਹ ਵੀ ਲਾ ਲਓ। ਤੇਰੇ ਵਾਸਤੇ ਸਭ ਕੁਝ ਬਿਨਸ ਜਾਣਾ ਸੱਜਣਾ। ਜਿਹਦੇ ਪਿੱਛੇ ਲੱਗ ਕੇ ਤੈਂ ਆਪਣਾ ਸਾਰਾ ਜੀਵਨ ਬਤੀਤ ਕਰ ਦਿੱਤਾ ਹੈ, ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਇਹਨੇ ਬਿਨਸ ਜਾਣਾ ਹੈ। ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ। ਇਹ ਮੇਰਾ ਮਨਾ ਹਾਲੇ ਵੀ ਵੇਲਾ ਹੈ, ਦੁਨੀਆ ਦੀਆਂ ਆਸਾਂ ਲਾ ਕੇ ਇੱਕ ਪ੍ਰੀਤਮ ਦੀ ਆਸ ਰੱਖ। ਹਰੀ ਪ੍ਰੀਤਮ ਦੀ ਆਸ ਕਰ, ਪਰਮੇਸ਼ਰ ਦੀ ਆਸ ਕਰ। ਹਾਂਜੀ, ਜੋ ਤੇਰਾ ਘਾਲਿਆ ਸਭ ਥਾਏ ਪਾਈ। ਜਿਹੜਾ ਤੇਰੀ ਘਾਲੀ ਹੋਈ ਘਾਲਣਾ ਨੂੰ ਥਾਏ ਪਾਵੇਗਾ, ਉਹਦੀ ਆਸ ਕਰ। ਹੋਰ ਆਸ ਬਿਡਾਣੀ ਲਾਹੀ, ਹੋਰ ਆਸ ਬਿਡਾਣੀ ਲਾਹੀ, ਹੋਰ ਆਸ ਵਿਡਾਣੀ ਲਾਹੀ, ਹੋਰ ਆਸ ਵਿਡਾਣੀ ਲਾਹੀ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਕ ਜਗ੍ਹਾ ਤੇ ਲਿਖਦੇ ਆ, ਬਿਆਨ ਕੀ ਆਸ ਨਿਰਾਸ ਭਈ, ਕਲਗੀ ਧਰ ਬਸ ਕੀਓ ਮਨ ਮਾਹੀ। ਕਹਿੰਦੇ ਹੁਣ ਮੈਂ ਸਾਰੀਆਂ ਆਸਾਂ ਲਾ ਦਿੱਤੀਆਂ ਨੇ, ਸਭ ਪਾਸਿਓਂ ਨਿਰਾਸ਼ ਹੋ ਗਿਆ ਹਾਂ, ਜਦੋਂ ਦਾ ਕਲਗੀਧਰ ਸੁਆਮੀ ਜੀ ਮੇਰੇ ਹਿਰਦੇ 'ਚ ਵਸ ਗਏ ਨੇ। ਮੈਂ ਕਿਸੇ ਹੋਰ ਦੀ ਆਸ ਰੱਖੀ ਨਹੀਂ, ਹੁਣ ਕਰਾਂ ਹੀ ਕਿਉਂ? ਮੈਨੂੰ ਲੋੜ ਹੀ ਨਹੀਂ ਰਹੀ ਕਿਸੇ ਹੋਰ ਦੀ ਆਸ ਰੱਖਣ ਦੀ, ਜਦੋਂ ਦੇ ਕਲਗੀਧਰ ਸੁਆਮੀ ਜੀ ਮੇਰੇ ਹਿਰਦੇ 'ਚ ਵਸ ਗਏ ਹਨ। ਅਭਿਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਹੁਣ ਹੋਰ ਕੋਈ ਆਸ ਨਹੀਂ ਰਹੀ। ਹੇ ਮੇਰਿਆ ਮਨਾ ਹਾਲੇ ਵੀ ਵੇਲਾ, ਉਸ ਹਰੀ ਪ੍ਰੀਤਮ ਅਕਾਲ ਪੁਰਖ ਪਰਮੇਸ਼ਰ ਦੀ ਆਸ ਕਰ, ਜਿਹੜਾ ਤੇਰੀ ਸਾਰੀ ਘਾਲੀ ਹੋਈ ਘਾਲਣਾ ਨੂੰ ਥਾਏ ਪਾਉਣ ਵਾਲਾ ਹੈ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ। ਇਹ ਮੇਰੇ ਸੁਆਮੀ, ਇਹ ਆਸਾ ਮਨਸਾ ਸਭ ਤੇਰੀ ਕਰਾਈ ਹੋਈ, ਤੂੰ ਜਾਣਦਾ ਹੈ। ਜਿਹੋ ਜੀ ਆਸ ਕਰਾਉਣਾ ਤੈਸੀ ਆਸ ਨੂੰ ਹੈ ਮੇਰੇ ਸੁਆਮੀ ਤੂੰ ਜਾਣਦਾ ਹੈ। ਜਿਹੋ ਜਿਹੋ ਜੀ ਆਸਾਂ ਸਾਡੇ ਅੰਦਰ ਉਤਪਨ ਹੁੰਦੀਆਂ ਨੇ, ਉਹਨਾਂ ਸਾਰੀਆਂ ਆਸਾਂ ਨੂੰ ਮਹਾਰਾਜ ਜੀ ਤੁਸੀਂ ਜਾਣਦੇ ਹੋ। ਕਿਵੇਂ ਜਾਣ ਲੈਂਦੇ ਹੋ? ਕਿਉਂਕਿ ਆਸਾਂ ਪੈਦਾ ਹੀ ਤੁਸੀਂ ਕਰਦੇ। ਜਿਹੋ ਜੀ ਕਿਸੇ ਅੰਦਰ ਆਸ ਕਰਾਉਂਦੇ ਉਹੋ ਜੀ ਉਹ ਆਸ ਕਰ ਲੈਂਦਾ। ਇਹੀ ਸਾਡੇ ਜੀਵਾਂ ਦੀ ਦਸ਼ਾ ਹੈ। ਕਿਛ ਕਿਸੀ ਕਾ ਹੱਥ ਨਾਹੀ ਮੇਰੇ ਸੁਆਮੀ। ਇਹ ਮੇਰੇ ਸੁਆਮੀ, ਸਾਡੇ ਸਾਰਿਆਂ ਦੇ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ। ਕਿਛ ਕਿਸੀ ਕਾ ਹੱਥ ਨਹੀਂ, ਕੁਝ ਵੀ ਕਿਸੇ ਦੇ ਹੱਥ ਨਹੀਂ। ਇਹੋ ਜਿਹੇ ਸਮਰੱਥ ਜੀਵ ਹਾਂ ਅਸੀਂ ਮਹਾਰਾਜ ਵੀ ਸਾਡੇ ਹੱਥ 'ਚ ਕੁਝ ਵੀ ਨਹੀਂ ਹੈ। ਹਾਂਜੀ,
ਐਸੀ ਮੇਰਾ ਸਤਿਗੁਰ ਬੂਝ ਬੁਝਾਈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ ਨੇ ਵੀ ਇਹੋ ਜੀ ਸੋਝੀ ਮੇਰੇ ਗੁਰੂ ਨੇ ਮੈਨੂੰ ਦਿੱਤੀ ਹੈ ਕਿ ਹੇ ਵਾਹਿਗੁਰੂ ਸਾਡੇ ਜੀਵਾਂ ਦੇ ਹੱਥ ਵੱਸ ਕੁਝ ਵੀ ਨਹੀਂ ਹੈ। ਸਾਡੇ ਜੀਵਾਂ ਜਨਤਾ ਦੇ ਹੱਥ ਵੱਸ ਕੁਝ ਵੀ, ਇਹਨਾਂ ਜਨਤਾ ਕਹੇ ਵੱਸ ਕਿਛ ਨਹੀਂ। ਸਾਡੇ ਹੱਥ ਮਹਾਰਾਜ ਜੀ ਕੁਝ ਵੀ ਨਹੀਂ ਹੈ। ਇਹ ਸੋਝੀ, ਇਹ ਜਾਣਕਾਰੀ, ਇਹ ਗਿਆਨ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਬਖਸ਼ਿਆ ਹੈ। ਜਨ ਨਾਨਕ ਕੀ ਆਸ ਤੂੰ ਜਾਣ ਹੈ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰੀ ਆਸ ਹੈ ਹਰੀ ਜੀ ਤੁਸੀਂ ਜਾਣਦੇ ਹੋ ਕਿ ਮੇਰੀ ਆਸ ਕੀ ਹੈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮੇਰੀ ਆਸ ਹੈ ਕਿ ਹੇ ਹਰੀ ਤੇਰੇ ਦਰਸ਼ਨ ਹੋ ਜਾਣ। ਇਹ ਮੇਰੀ ਆਸ ਹੈ ਕਿ ਹੇ ਹਰੀ ਜੀ ਤੁਹਾਡੇ ਦਰਸ਼ਨ ਹੋ ਜਾਣ। ਅਕਾਲ ਪੁਰਖ ਦੇ ਦਰਸ਼ਨਾਂ ਦੀ ਆਸ ਹੈ ਤੇ ਹਰੀ ਦੇ ਦਰਸ਼ਨ ਕਰਕੇ ਹੀ ਮੈਂ ਤ੍ਰਿਪਤ ਹੋਣਾ, ਮੇਰੇ ਮਨ ਨੂੰ ਸੰਤੋਖ ਤੇ ਸਬਰ ਪ੍ਰਾਪਤ ਹੋਣਾ। ਇਹ ਮੇਰੀ ਆਸ ਹੈ। हे ਅਕਾਲ ਪੁਰਖ ਆਪਣੇ ਦਰਸ਼ਨ ਦੇ ਕੇ ਮੇਰੀ ਆਸ ਪੂਰਨ ਕਰੋ। ਇਹ ਆਸ ਭਰੋਸਾ ਮੈਂ ਤੁਹਾਡੇ ਚਰਨਾਂ ਤੇ ਕਰਦਾ ਹਾਂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਵਨ। ਗੁਰੂ ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।